Hello students, ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ that is assignment problem and assignment problem is a special type of linear programming problem. It deals in allocating the various resources or items to various activities on one-to-one basis in such a way that the time or cost involved is minimized and sales or profit is maximized. Such types of problem can also be solved with the help of simplex method or by transportation method. But simpler and more efficient method for getting the solution is through assignment problem. ਐਕਚੁਅਲੀ ਹਰ ਜਿੰਨੀ ਵੀ OR ਸਬਜੈਕਟ ਦੇ ਵਿੱਚ ਮੈਕਸਿਮਮ ਚੈਪਟਰਸ ਨੇ ਉਹਦੇ ਵਿੱਚ ਆਪਾਂ ਇੱਕ ਕਨਸੈਪਟ ਨੂੰ ਮੇਨਲੀ ਡਿਸਕਸ ਕਰਦੇ ਹਾਂ that is a cost minimization and profit maximization. Same as in this chapter we are discussing two types of problems, cost minimization problems and profit or sales maximization problems. ਅਸਾਈਨਮੈਂਟ ਪ੍ਰੋਬਲਮ ਦੇ ਵਿੱਚ ਬੇਸਿਕਲੀ ਆਪਾਂ ਇਹ ਦੇਖਦੇ ਹਾਂ ਕਿ ਸਮ ਟਾਈਮ ਜਦੋਂ ਕੋਈ ਪਾਰਟਿਕੂਲਰ ਜੌਬਸ ਨੂੰ ਪਾਰਟਿਕੂਲਰ ਪਰਸਨ ਨੂੰ ਅਸਾਈਨ ਕਰਨਾ ਹੋਵੇ ਜਾਂ ਕਿਸੇ ਜੌਬ ਨੂੰ ਪਾਰਟਿਕੂਲਰ ਮਸ਼ੀਨ ਨੂੰ ਅਸਾਈਨ ਕਰਨਾ ਹੋਵੇ ਤਾਂ ਆਪਾਂ ਕਿਹੜੀ ਜੌਬ ਕਿਸ ਮਸ਼ੀਨ ਨੂੰ ਅਸਾਈਨ ਕਰੀਏ ਜਾਂ ਕਿਹੜੀ ਜੌਬ ਕਿਸ ਪਾਰਟਿਕੂਲਰ ਪਰਸਨ ਨੂੰ ਅਸਾਈਨ ਕਰੀਏ ਤਾਂ ਜੋ ਤੁਹਾਡੀ ਜਿਹੜੀ ਕਾਸਟ ਹੈ ਉਹ ਮਿਨੀਮਾਈਜ਼ ਹੋ ਸਕੇ ਜਾਂ ਜੇ ਤੁਹਾਨੂੰ ਪ੍ਰੋਫਿਟ ਗਿਵਨ ਹੈ ਤਾਂ ਪ੍ਰੋਫਿਟ ਮੈਕਸਿਮਾਈਜ਼ ਹੋ ਸਕੇ। ਵੈਸੇ ਇਹ ਸਾਰੀਆਂ ਪ੍ਰੋਬਲਮਸ ਨੂੰ ਤੁਸੀਂ ਟਰਾਂਸਪੋਰਟੇਸ਼ਨ ਪ੍ਰੋਬਲਮ ਮੈਥਡ ਦੇ ਨਾਲ ਜਾਂ ਸਿੰਪਲੈਕਸ ਮੈਥਡ ਦੇ ਨਾਲ ਵੀ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ ਬਟ ਅਸਾਈਨਮੈਂਟ ਪ੍ਰੋਬਲਮ ਇਜ਼ ਦਾ ਈਜ਼ੀਐਸਟ ਮੈਥਡ ਟੂ ਗੈਟ ਦਾ ਰਿਜ਼ਲਟ। ਸੋ ਅੱਜ ਆਪਾਂ ਦੇਖਾਂਗੇ ਕਿ ਅਸਾਈਨਮੈਂਟ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰ ਸਕਦੇ ਹਾਂ ਆਪਾਂ। ਫਸਟ ਅੱਜ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਟੌਪਿਕ ਡਿਸਕਸ ਕਰਾਂਗੇ that is a minimization problem। ਮਤਲਬ ਆਪਾਂ ਕਾਸਟ ਨੂੰ ਮਿਨੀਮਾਈਜ਼ ਕਰਨਾ ਹੁੰਦਾ ਹੈ ਤਾਂ ਆਪਾਂ ਕਾਸਟ ਦਾ ਕੁਐਸਚਨ ਇੱਕ ਡਿਸਕਸ ਕਰਾਂਗੇ, ਪ੍ਰੋਬਲਮ ਡਿਸਕਸ ਕਰਾਂਗੇ ਜਿਹਦੇ ਵਿੱਚ ਮਿਨੀਮਾਈਜ਼ੇਸ਼ਨ ਕਨਸੈਪਟ ਆਪਾਂ ਅੱਜ ਕਲੀਅਰ ਕਰਾਂਗੇ। ਇਹਦੇ ਵਿੱਚ ਕੁਝ ਆਪਾਂ ਸਟੈਪਸ ਜਿਹੜੇ ਨੇ ਆਪਾਂ ਫੋਲੋ ਕਰਨੇ ਹੁੰਦੇ ਆ। ਫਸਟ ਸਟੈਪ ਹੈ ਰੋ ਰਿਡਕਸ਼ਨ। ਸੇ ਕਿ ਤੁਹਾਡੇ ਕੋਲ ਸੇ ਕਿ ਕੁਝ ਜੌਬਸ ਗਿਵਨ ਨੇ ਜਾਂ ਕੁਝ ਮਸ਼ੀਨਸ ਗਿਵਨ ਨੇ ਉਹਦੇ ਵਿੱਚ ਜਦੋਂ ਵੀ ਆਪਾਂ ਦੇਖਾਂਗੇ ਕਿ ਜੇ ਪਾਰਟਿਕੂਲਰ ਜੌਬ ਤੋਂ ਪਾਰਟਿਕੂਲਰ ਮਸ਼ੀਨ ਤੇ ਆਪਾਂ ਕੋਈ ਜੌਬ ਅਸਾਈਨ ਕਰਦੇ ਹਾਂ ਤਾਂ ਉਹਦੀ ਕਿੰਨੀ ਕਾਸਟ ਹੈ ਉਸ ਕਾਸਟ ਨੂੰ ਹੁਣ ਸੇ ਮੈਂ ਇੱਥੇ ਐਗਜ਼ਾਮਪਲ ਲੈਣਾ ਕਿ ਤੁਹਾਡੇ ਕੋਲ 5 ਜੌਬਸ ਨੇ ਔਰ 5 ਮਸ਼ੀਨਸ ਨੇ ਔਰ ਕਿਹੜੀ ਜੌਬ ਕਿਸ ਮਸ਼ੀਨ ਨੂੰ ਐਲੋਕੇਟ ਕੀਤੀ ਜਾਵੇ ਤਾਂ ਜੋ ਤੁਹਾਡੀ ਜਿਹੜੀ ਟੋਟਲ ਕਾਸਟ ਹੈ ਉਹ ਮਿਨੀਮਾਈਜ਼ ਹੋ ਸਕੇ। ਉਹਦੇ ਲਈ ਆਪਾਂ ਮਿਨੀਮਾਈਜ਼ੇਸ਼ਨ ਪ੍ਰੋਬਲਮ ਵਿਦ ਦੀ ਹੈਲਪ ਆਫ ਅਸਾਈਨਮੈਂਟ ਪ੍ਰੋਬਲਮ ਆਪਾਂ ਸੋਲਵ ਕਰਾਂਗੇ। ਉਹਦੇ ਜਿਹੜੇ ਸਟੈਪਸ ਨੇ ਫਸਟ ਸਟੈਪ ਹੈ ਰੋ ਰਿਡਕਸ਼ਨ ਮੀਨਸ ਹਰ ਰੋ ਦੇ ਵਿੱਚੋਂ ਇਹਦਾ ਕਨਸੈਪਟ ਬੇਸਿਕਲੀ ਕੀ ਹੈ ਸਟਾਰਟਿੰਗ ਵਿਦ ਦਾ ਫਸਟ ਰੋ locate the smallest cost element in each row of the cost table means ਜਿਹੜਾ ਤੁਹਾਡੇ ਕੋਲ cost table ਹੈ ਉਹਦੇ ਹਰ ਇੱਕ row ਦੇ ਵਿੱਚੋਂ ਆਪਾਂ smallest ਜਿਹੜਾ element ਹੈ ਉਹਨੂੰ select ਕਰ ਲੈਣਾ ਹੈ। Second is now subtract this smallest element from each element in that row means ਉਸ particular row ਦੇ ਵਿੱਚ ਜਿਹੜਾ ਆਪਾਂ element select ਕੀਤਾ ਹੈ ਉਸ row ਦੇ ਹਰ ਇੱਕ element ਦੇ ਵਿੱਚੋਂ ਉਸ smallest element ਨੂੰ minus ਕਰ ਦੇਣਾ ਹੈ। As a result of their such shall be at least 1 0 in each row of this new table means ਇਹਦੇ ਨਾਲ ਕੀ ਹੋਏਗਾ ਜਿਹੜਾ smallest element ਹੋਊਗਾ ਜਦੋਂ ਉਸਨੂੰ ਆਪਾਂ ਉਹਦੇ ਵਿੱਚੋਂ ਮਾਈਨਸ ਕਰਾਂਗੇ ਤਾਂ at least ਹਰ ਰੋ ਦੇ ਵਿੱਚ ਇੱਕ 0 ਡੈਫੀਨੇਟਲੀ ਐਗਜ਼ਿਸਟ ਕਰੇਗੀ। ਤਾਂ ਆਪਾਂ ਦੇਖਦੇ ਹਾਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਇੱਥੇ ਮੈਂ ਤੁਹਾਨੂੰ ਸ਼ੋ ਕਰ ਰਿਹਾ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਫਸਟ ਸਟੈਪ ਹੈ ਰੋ ਰਿਡਕਸ਼ਨ ਉਹਨੂੰ ਕਿੱਦਾਂ ਅਪਲਾਈ ਕਰਾਂਗੇ। ਪ੍ਰੈਕਟੀਕਲ ਐਗਜ਼ਾਮਪਲ ਹੈ ਜੀ ਅ ਕੰਪਨੀ ਇਜ਼ ਫੇਸਡ ਵਿਦ the problem of assigning 5 jobs to 5 machine. Each job must be done on only one machine. The cost of processing each job on each machine is given below in rupees। ਤਾਂ ਆਪਣੇ ਕੋਲ ਇੱਥੇ ਜਿੰਨੀ ਵੀ ਕਾਸਟ ਗਿਵਨ ਹੈਗਾ ਡਾਟਾ ਉਹਦੇ ਚ ਆਪਣੇ ਕੋਲ 5 ਜੌਬਸ ਨੇ J1 J2 J3 J4 and J5
5 रो वाइज ਆਪਾਂ ਨੂੰ ਡੇਟਾ ਗਿਵਨ ਹੈ। ਇਸੇ ਤਰ੍ਹਾਂ ਮਸ਼ੀਨਸ ਆਪਣੇ ਕੋਲੇ M1 M2 M3 M4 ਐਂਡ M5 ਗਿਵਨ ਨੇ ਔਰ ਇਹਨਾਂ ਦੀ ਆਪਾਂ ਨੂੰ ਕਾਸਟ ਗਿਵਨ ਹੈ ਜਿਹੜੀ ਕਿ ਜੇ J1 to M1 J1 ਜੌਬ ਨੂੰ M1 ਮਸ਼ੀਨ ਤੇ ਆਪਾਂ ਪਰਫਾਰਮ ਕਰਦੇ ਆ ਤਾਂ ਆਪਣੀ ਕਾਸਟ ਆਂਦੀ ਹੈ 7 ਰੁਪੀਸ और जे J1 to M2 ਆਪਾਂ परफॉर्म करते हैं तो अपनी कॉस्ट आती है 5 रुपीज J1 to M3 परफॉर्म करते हैं तो अपनी कॉस्ट आती है 9 रुपीज। इस तरह अपने को एक सारा टेबल है J2 J3 J4 एंड J5 दी भी अलग अलग पर्टिकुलर मशीन के उत्ते वर्क करन ते जिहड़ी अपनी कॉस्ट आएगी वो आपां नूं इस मैट्रिक्स दे विच गिवन है। ਤਾਂ ਹੁਣ ਆਪਣਾ ਪਹਿਲਾ ਸਟੈਪ ਸੀਗਾ ਰੋ ਰਿਡਕਸ਼ਨ, ਉਹਨੂੰ ਆਪਾਂ ਪ੍ਰੈਕਟੀਕਲੀ ਕਿਸ ਤਰ੍ਹਾਂ ਸੋਲਵ ਕਰਾਂਗੇ ਦੇਖੋ। ਸਟੈਪ 1 ਇਜ਼ ਰੋ ਰਿਡਕਸ਼ਨ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਕਿ ਆਪਾਂ ਜਿੰਨੀਆਂ ਵੀ ਰੋਜ਼ ਆਪਣੇ ਕੋਲ ਹੈਗੀਆਂ ਨੇ J1 J2 J3 J4 ਐਂਡ J5 ਇਹਦੇ ਵਿੱਚੋਂ ਹਰ ਰੋ ਦਾ smallest element find ਕਰਾਂਗੇ। ਤਾਂ ਆਪਾਂ ਜੇ J1 ਨੂੰ ਦੇਖਦੇ ਹਾਂ ਧਿਆਨ ਨਾਲ ਤਾਂ ਫਸਟ element ਹੈ is 7, second is 5, then 9 8 11, then smallest element is 5। ਇਸੇ ਤਰ੍ਹਾਂ ਸੈਕਿੰਡ ਰੋ ਨੂੰ ਜਦੋਂ ਆਬਜ਼ਰਵ ਕਰਾਂਗੇ ਤਾਂ ਉਹਦੇ ਵਿੱਚ smallest element ਹੋਏਗਾ 7 ਐਂਡ ਥਰਡ ਰੋ ਦੇ ਵਿੱਚ J3 ਰੋ ਦੇ ਵਿੱਚ smallest element ਹੋਏਗਾ 4 ਐਂਡ J4 ਦੇ ਵਿੱਚ smallest element ਹੈ ਆਪਣੇ ਕੋ 3 ਐਂਡ J5 ਦੇ ਵਿੱਚ ਆਪਣੇ ਕੋ smallest element ਹੈ 4। इस तरह ਆਪਾਂ हर रो ਦੇ ਵਿੱਚ ਇੱਕ smallest element select ਕੀਤਾ ਹੈ। ਹੁਣ ਇਹ ਜਿਹੜਾ smallest element ਹੈ for example first row ਦੇ ਵਿੱਚ ਆਪਾਂ smallest element find ਕੀਤਾ ਹੈ 5, ਤਾਂ ਇਸ 5 ਨੂੰ ਆਪਾਂ J1 row ਦੇ ਹਰ element ਦੇ ਵਿੱਚੋਂ ਮਾਈਨਸ ਕਰਾਂਗੇ means 7 minus 5 5 minus 5 9 minus 5 8 minus 5 11 minus 5। ਇਸੇ ਤਰ੍ਹਾਂ ਸੈਕਿੰਡ ਰੋ ਦੇ ਵਿੱਚ ਆਪਣਾ smallest element ਹੈ 7, ਤਾਂ J2 ਦੇ ਹਰ ਇੱਕ ਐਲੀਮੈਂਟ ਦੇ ਵਿੱਚੋਂ ਆਪਾਂ 7 ਨੂੰ ਮਾਈਨਸ ਕਰਾਂਗੇ। ਤਾਂ ਇਸ ਤਰ੍ਹਾਂ ਆਪਣੇ ਕੋਲ ਇੱਕ ਨਵਾਂ ਟੇਬਲ ਜਿਹੜਾ ਬਣੇਗਾ ਇਸ ਤਰ੍ਹਾਂ J1 ਦੀਆਂ ਜਿਹੜੀਆਂ ਵੈਲਿਊਜ਼ ਨੇ J1 ਰੋ ਦੀਆਂ 7 minus 5 equals to 2, 5 minus 5 equals to 0, 9 minus 5 equal to 4, 8 minus 5 equals to 3, 11 minus 5 equals to 6। इस तरह J2 ਦੇ ਵਿੱਚ 7 ਲੋਐਸਟ ਐਲੀਮੈਂਟ ਹੈ ਉਸਨੂੰ ਆਪਾਂ ਮਾਈਨਸ ਕੀਤਾ ਹੈ। J3 ਦੇ ਵਿੱਚ 4 ਲੋਐਸਟ ਐਲੀਮੈਂਟ ਹੈ ਉਸਨੂੰ ਆਪਾਂ ਮਾਈਨਸ ਕਰਾਂਗੇ। J4 ਰੋ ਦੇ ਵਿੱਚੋਂ ਆਪਾਂ 3 ਮਾਈਨਸ ਕਰਾਂਗੇ ਹਰ ਇੱਕ ਐਲੀਮੈਂਟ ਚੋਂ ਐਂਡ J5 ਦੇ ਵਿੱਚ ਆਪਾਂ 4 ਮਾਈਨਸ ਕਰਾਂਗੇ। ਇਹ ਸਾਰੀਆਂ ਵੈਲਿਊਜ਼ ਨੂੰ ਮਾਈਨਸ ਕਰਨ ਤੋਂ ਬਾਅਦ ਜਿਹੜੀਆਂ ਨਿਊ ਵੈਲਿਊਜ਼ ਆਈਆਂ ਨੇ ਉਹਦੇ ਨਾਲ ਆਪਣੇ ਕੋਲ ਇੱਕ ਨਵਾਂ ਮੈਟ੍ਰਿਕਸ ਬਣ ਜਾਏਗਾ ਨਿਊ ਮੈਟ੍ਰਿਕਸ ਆਫਟਰ ਰੋ ਰਿਡਕਸ਼ਨ। ਤਾਂ ਇਸ ਤੋਂ ਬਾਅਦ ਆਪਾਂ ਹੁਣ ਮੂਵ ਕਰਾਂਗੇ ਸੈਕਿੰਡ ਸਟੈਪ ਤੇ। ਫਸਟ ਸਟੈਪ ਸੀਗਾ ਰੋ ਰਿਡਕਸ਼ਨ ਜਿਹੜਾ ਕਿ ਆਪਾਂ ਪਰਫਾਰਮ ਕਰ ਲਿਆ। ਹੁਣ ਆਪਾਂ ਮੂਵ ਕਰਦੇ ਹਾਂ ਸੈਕਿੰਡ ਸਟੈਪ ਕਾਲਮ ਰਿਡਕਸ਼ਨ। ਇਨ ਦਾ ਰਿਡਿਊਸਡ ਕਾਸਟ ਟੇਬਲ obtained in step 1 consider each column and locate the smallest element in it। means ਹੁਣ ਆਪਾਂ ਹਰ ਇੱਕ ਕਾਲਮ ਦੇ ਵਿੱਚੋਂ smallest element find ਕਰਾਂਗੇ। then subtract the smallest element in each column from every element of that column। means ਜਿਹੜਾ smallest element from column select ਕੀਤਾ ਹੈ ਫਿਰ ਉਹ ਆਪਾਂ ਉਸ column ਦੀਆਂ values ਦੇ ਵਿੱਚੋਂ ਸਾਰੀਆਂ remaining values ਦੇ ਵਿੱਚੋਂ ਉਹਨੂੰ ਮਾਈਨਸ ਕਰਾਂਗੇ one by one। as a result of this step there would be at least 1 0 in each of the rows and columns of the second reduced cost table। means ਹੁਣ ਆਪਣੇ ਕੋਲ column reduction ਤੋਂ ਬਾਅਦ ਇੱਕ ਨਵਾਂ ਟੇਬਲ ਬਣੇਗਾ ਜਿਹਦੇ ਵਿੱਚ ਹਰ ਰੋ ਔਰ ਹਰ ਕਾਲਮ ਦੇ ਵਿੱਚ at least ਇੱਕ 0 ਜ਼ਰੂਰ ਹੋਵੇਗੀ। ਤਾਂ ਹੁਣ ਆਪਾਂ ਪ੍ਰੈਕਟੀਕਲੀ ਦੇਖਦੇ ਹਾਂ ਕਿ ਸੈਕਿੰਡ ਸਟੈਪ ਕਾਲਮ ਰਿਡਕਸ਼ਨ ਕਿਵੇਂ ਕਰਾਂਗੇ। ਲਾਸਟ ਟੇਬਲ ਜੋ ਆਪਣੇ ਕੋਲ ਆਇਆ ਸੀ ਰੋ ਰਿਡਕਸ਼ਨ ਤੋਂ ਬਾਅਦ ਉਹਦੇ ਉੱਪਰ ਹੁਣ ਆਪਾਂ ਕਾਲਮ ਰਿਡਕਸ਼ਨ ਕਰਾਂਗੇ। ਲਾਸਟ ਆਪਣੇ ਕੋਲ ਟੇਬਲ ਜਿਹੜਾ ਫਸਟ ਸਟੈਪ ਤੋਂ ਬਾਅਦ ਆਇਆ ਸੀ ਰੋ ਰਿਡਕਸ਼ਨ ਤੋਂ ਬਾਅਦ ਉਹ ਆਪਣੇ ਕੋਲ ਇਹ ਹੈ। ਇਹਦੇ ਉੱਤੇ ਹੁਣ ਜਦੋਂ ਆਪਾਂ ਸਿਲੈਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਕਿ ਕਾਲਮ ਦੇ ਵਿੱਚ ਫਸਟ ਕਾਲਮ ਮੀਨਸ M1 ਕਾਲਮ ਦੇ ਵਿੱਚ ਸਭ ਤੋਂ ਲੀਸਟ ਕਾਸਟ ਹੈ ਜੀ 0 एंड देन सैकेंड कॉलम ਨੂੰ ਜਦੋਂ ਆਪਾਂ ਸਿਲੈਕਟ ਕਰਦੇ ਹਾਂ ਉਹਦੇ ਚ ਸਭ ਤੋਂ ਲੀਸਟ ਕਾਸਟ ਹੈ
अगेन 0 बट ये 2 टाइम्स है, मैं दोनों बार सिलेक्ट कर ली, कोई भी एक भी सिलेक्ट तुसी कर सकते हो। एंड सैकेंड कॉलम थर्ड कॉलम दे विच अगेन M3 कॉलम दे विच 2 जीरोज ने एंड M4 दे विच लोएस्ट कॉस्ट है 1 एंड फिफ्थ जिहड़ा कॉलम है M5 ਉਹਦੇ ਵਿੱਚ ਲੋਐਸਟ ਕਾਸਟ ਹੈ 2। ਤਾਂ ਹੁਣ ਇਸ ਤਰ੍ਹਾਂ ਆਪਣੇ ਕੋਲ ਲੋਐਸਟ ਕਾਸਟ ਅਵੇਲੇਬਲ ਨੇ। ਹੁਣ ਆਪਾਂ M1 ਕਾਲਮ ਦੇ ਵਿੱਚੋਂ ਹਰ ਇੱਕ ਐਲੀਮੈਂਟ ਚੋਂ 0 ਮਾਈਨਸ ਕਰਾਂਗੇ, ਬਟ 0 ਮਾਈਨਸ ਕਰਨ ਦੇ ਨਾਲ ਸਾਰਾ ਐਲੀਮੈਂਟ ਸੇਮ ਐਜ਼ ਸਾਰੇ ਐਲੀਮੈਂਟ ਐਜ਼ ਇਟ ਇਜ਼ ਸੇਮ ਵੈਲਿਊਜ਼ ਆ ਜਾਣਗੀਆਂ। M2 ਦੇ ਵਿੱਚ ਵੀ ਲੋਐਸਟ ਐਲੀਮੈਂਟ 0 ਹੈ, ਇਸ ਲਈ ਸੇਮ ਵੈਲਿਊਜ਼ ਆ ਜਾਣਗੀਆਂ। M3 ਦੇ ਵਿੱਚ ਵੀ ਲੋਐਸਟ ਕਾਸਟ 0 ਹੈ, ਇਸ ਕਰਕੇ M3 ਕਾਲਮ ਵਿੱਚ ਵੀ सेम वैल्यूज ही आणगियां। एंड M4 ਦੇ ਵਿੱਚ ਲੋਐਸਟ ਕਾਸਟ ਹੈ ਤੁਹਾਡੀ 1, ਤਾਂ ਹਰ ਇੱਕ ਐਲੀਮੈਂਟ ਦੇ ਵਿੱਚੋਂ ਆਪਾਂ 1 ਮਾਈਨਸ ਕਰਾਂਗੇ। ਇਸੇ ਤਰ੍ਹਾਂ M5 ਦੇ ਵਿੱਚ ਲੋਐਸਟ ਕਾਸਟ ਹੈ 2, ਉਸ ਦੇ ਵਿੱਚ ਆਪਾਂ ਸਾਰੇ ਐਲੀਮੈਂਟਸ ਚੋਂ 2 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਵੈਲਿਊਜ਼ ਆਣਗੀਆਂ ਇਸ ਤਰ੍ਹਾਂ 2 minus 0 2 2 minus 0 2 कॉलम वाइज मैं वैल्यूज बोल रहा 4 minus 0 4 4 minus 0 4 0 minus 0 equals to 0। ਇਹ ਸੀਗੀਆਂ M1 ਦੀਆਂ ਵੈਲਿਊਜ਼। ਇਸੇ ਤਰ੍ਹਾਂ M2 ਦੀਆਂ ਵੈਲਿਊਜ਼ ਵੀ ਸੇਮ ਰਹਿਣਗੀਆਂ, M3 ਦੀਆਂ ਵੈਲਿਊਜ਼ ਵੀ ਸੇਮ ਰਹਿਣਗੀਆਂ, ਬਟ M4 ਦੇ ਵਿੱਚ ਵੈਲਿਊਜ਼ ਚੇਂਜ ਹੋ ਜਾਣਗੀਆਂ। ਤਾਂ ਉਹਦੇ ਨਾਲ ਕਿਉਂਕਿ ਉੱਥੇ ਲੋਐਸਟ ਵੈਲਿਊ 1 ਸੀ ਔਰ 1 ਆਪਾਂ ਹਰ ਇੱਕ ਐਲੀਮੈਂਟ ਚੋਂ ਮਾਈਨਸ ਕਰਾਂਗੇ ਤਾਂ ਤੁਹਾਡੀ ਵੈਲਿਊ 1 ਦੇ ਨਾਲ ਰਿਡਿਊਸ ਹੋ ਜਾਏਗੀ। ਇਸੇ ਤਰ੍ਹਾਂ M5 ਦੇ ਵਿੱਚ ਵੀ 2 ਤੁਹਾਡੀ ਲੋਐਸਟ ਵੈਲਿਊ ਸੀ ਔਰ ਤੁਹਾਡੀਆਂ ਵੈਲਿਊਜ਼ ਰਿਡਿਊਸ ਹੋ ਜਾਣਗੀਆਂ। ਤਾਂ ਕਾਲਮ ਰਿਡਕਸ਼ਨ ਤੋਂ ਬਾਅਦ ਫਿਰ ਆਪਣੇ ਕੋਲ ਇੱਕ ਸੈਕੰਡ ਸਟੈਪ ਤੋਂ ਬਾਅਦ ਨਿਊ ਟੇਬਲ ਬਣ ਜਾਏਗਾ ਰਿਡਿਊਸਡ ਕਾਸਟ ਟੇਬਲ ਜਿਹੜਾ ਹੈ that is ਜਿਹੜਾ ਕਿ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ। ਹੁਣ ਆਪਣੇ ਕੋਲ ਇਹ ਸੈਕੰਡ ਸਟੈਪ ਤੋਂ ਬਾਅਦ ਇਹ ਨਵਾਂ ਟੇਬਲ ਬਣ ਗਿਆ। ਫਸਟ ਸਟੈਪ ਸੀਗਾ ਰੋ ਰਿਡਕਸ਼ਨ, ਸੈਕੰਡ ਸਟੈਪ ਸੀਗਾ ਕਾਲਮ ਰਿਡਕਸ਼ਨ। ਕਾਲਮ ਰਿਡਕਸ਼ਨ ਤੋਂ ਬਾਅਦ ਚ ਆਪਣੇ ਕੋਲ ਇਹ ਹੁਣ ਫਰੈਸ਼ ਟੇਬਲ ਹੈ। ਹੁਣ ਆਪਾਂ ਮੂਵ ਕਰਾਂਗੇ ਸਟੈਪ 3 ਦੇ ਉੱਪਰ। ਸਟੈਪ 3 ਹੈ ਮੇਕਿੰਗ ਅਸਾਈਨਮੈਂਟਸ, ਮਤਲਬ ਹੁਣ ਆਪਾਂ ਅਸਾਈਨਮੈਂਟਸ ਬਣਾਵਾਂਗੇ ਕਿ ਕਿਹੜੀ ਜੌਬ किस ਉਹਦੇ ਉੱਪਰ ਆਪਾਂ ਪਰਫਾਰਮ ਕਰਨੀ ਹੈ। ਤਾਂ ਉਹ ਹੈ ਮਤਲਬ ਕਿਹੜੀ ਜੌਬ ਕਿਸ ਮਸ਼ੀਨ ਦੇ ਉੱਤੇ ਪਰਫਾਰਮ ਕਰਨੀ ਹੈ। ਮੇਕ ਦਾ ਅਸਾਈਨਮੈਂਟ ਫॉर ਦਾ ਰਿਡਿਊਸਡ ਮੈਟ੍ਰਿਕਸ obtained from step number 1 and 2 in the following way। ਤਾਂ ਆਪਾਂ ਸਟੈਪ 3 ਕਿਸ ਤਰ੍ਹਾਂ ਪਰਫਾਰਮ ਕਰਨਾ ਹੈ ਉਹਦੇ ਵਿੱਚ ਫਰਦਰ ਸਬ ਸਟੈਪਸ ਨੇ। ਪਹਿਲਾਂ ਆਪਾਂ ਪਰਫਾਰਮ ਕਰਾਂਗੇ ਸਟੈਪ 3.1 examine the rows successfully until a row with exactly 1 0 is found। Make an assignment to this single zero by putting square around it and cross out all other zeros appearing in the corresponding column as they will not be used to make any other assignment in that column। Proceed in this manner until all rows have been examined। means ਇੱਥੇ ਆਪਾਂ ਨੂੰ ਇਹ ਦੱਸ ਰਿਹਾ ਹੈ ਕਿ ਆਪਾਂ ਨੇ 1 by 1 ਸਾਰੇ rows ਨੂੰ ਐਗਜ਼ਾਮਿਨ ਕਰਨਾ ਹੈ। ਫਸਟ ਆਪਾਂ ਫਸਟ ਰੋ ਨੂੰ ਐਗਜ਼ਾਮਿਨ ਕਰਾਂਗੇ। ਉੱਥੇ ਜੇ ਆਪਣੇ ਕੋਲ ਇੱਕ ਸਿੰਗਲ ਜ਼ੀਰੋ ਆਪਾਂ ਸਿਲੈਕਟ ਕਰਾਂਗੇ 1 0 फाउंड करांगे जिहदे विच एक 0 होवे और उस 0 ਨੂੰ ਆਪਾਂ फर्स्ट असाइनमेंट ਦੇ ਤੌਰ ਤੇ ਉਹਨੂੰ ਉਹਦੇ ਉੱਪਰ ਸਕੁਅਰ ਇੱਕ ਬਣਾ ਦਾਂਗੇ। ਐਂਡ ਦੈਨ ਇਹ ਦੇਖਾਂਗੇ ਕਿ ਜਿਸ ਵੀ ਕਾਲਮ ਦੇ ਵਿੱਚ ਇਹ 0 ਹੈ ਜਿੱਥੇ ਆਪਾਂ ਸਕੁਅਰ ਬਣਾਇਆ ਹੈ ਉਸ ਪਾਰਟਿਕੂਲਰ ਕਾਲਮ ਦੇ ਵਿੱਚ ਜਿੰਨੀਆਂ ਵੀ ਅਦਰ ਜ਼ੀਰੋਜ਼ ਨੇ ਉਹਨਾਂ ਨੂੰ ਆਪਾਂ ਕ੍ਰਾਸ ਕਰ ਦਾਂਗੇ ਕਿਉਂਕਿ ਉਹ ਪਾਰਟਿਕੂਲਰ ਕਾਲਮ ਦੀਆਂ ਜਿੰਨੀਆਂ ਵੀ ਜ਼ੀਰੋਜ਼ ਨੇ ਉਹਨਾਂ ਨੂੰ ਆਪਾਂ ਕਿਸੇ ਹੋਰ ਜੌਬ ਲਈ ਅਸਾਈਨ ਨਹੀਂ ਕਰ ਸਕਦੇ। ਇਸ ਸਟੈਪ ਨੂੰ ਹੁਣ ਆਪਾਂ ਦੇਖਦੇ ਹਾਂ ਪਹਿਲਾਂ ਪ੍ਰੈਕਟੀਕਲੀ ਕਿੱਦਾਂ ਸੋਲਵ ਕਰਾਂਗੇ। ਐਂਡ ਦੈਨ ਸਟੈਪ ਹੈ ਜੀ 3.1 ਮੇਕਿੰਗ ਅਸਾਈਨਮੈਂਟਸ। ਤਾਂ ਆਪਾਂ ਸਭ ਤੋਂ ਪਹਿਲਾਂ ਫਸਟ ਰੋ ਨੂੰ ਐਗਜ਼ਾਮਿਨ ਕਰਦੇ ਹਾਂ। ਫਸਟ ਰੋ ਦੀਆਂ ਵੈਲਿਊਜ਼ ਹੈ 2 0 4 2 4। ਤਾਂ ਫਸਟ ਰੋ ਦੇ ਵਿੱਚ M2 ਕਾਲਮ ਦੇ ਵਿੱਚ ਇੱਕ 0 ਹੈ ਤਾਂ ਆਪਾਂ ਸਭ ਤੋਂ ਪਹਿਲਾਂ ਇਸ 0 ਦੇ ਉੱਪਰ ਅਸਾਈਨਮੈਂਟ ਬਣਾਵਾਂਗੇ। ਮੀਨਸ J1 to M2 ਜਿੱਥੇ 0 ਆਪਾਂ ਨੂੰ ਅਵੇਲੇਬਲ ਹੋਈ ਫਸਟ ਰੋ ਦੇ ਵਿੱਚ ਇੱਕ ਸਿੰਗਲ 0 ਸੀ ਇਸ ਲਈ ਆਪਾਂ ਇੱਥੇ ਅਸਾਈਨਮੈਂਟ ਲਈ ਉਹਦੇ ਉੱਪਰ ਇੱਕ ਸਕੁਅਰ ਬਣਾਇਆ। ਹੁਣ M2 ਕਾਲਮ ਦੇ ਵਿੱਚ ਜਿੱਥੇ ਆਪਾਂ ਅਸਾਈਨਮੈਂਟ ਬਣਾਈ ਹੈ ਉਸ ਕਾਲਮ ਨੂੰ ਐਗਜ਼ਾਮਿਨ ਕਰਾਂਗੇ ਕਿ ਉਸ ਕਾਲਮ ਦੇ ਵਿੱਚ ਕੋਈ ਹੋਰ 0 ਹੈ। ਯੈਸ J4 ਰੋ ਦੇ ਵਿੱਚ ਆਪਣੇ ਕੋਲ ਇੱਕ 0 ਹੈ ਤਾਂ ਆਪਾਂ ਉਸ ਨੂੰ ਕੀ ਕਰ ਦਾਂਗੇ ਕ੍ਰਾਸ।
क्योंकि ये 0 ਨੂੰ ਆਪਾਂ ਕਿਸੇ ਹੋਰ ਪਰਪਸ ਲਈ ਕਿਸੇ ਹੋਰ ਮਸ਼ੀਨ ਦੇ ਲਈ ਜਾਂ ਜੌਬ ਲਈ ਅਸਾਈਨ ਨਹੀਂ ਕਰ ਸਕਦੇ ਰਾਈਟ। ਜਦੋਂ ਵੀ ਆਪਾਂ ਕੋਈ ਰੋ ਵਾਈਜ਼ ਅਸਾਈਨਮੈਂਟ ਕਰਾਂਗੇ ਜਿੱਥੇ ਵੀ ਆਪਾਂ ਅਸਾਈਨਮੈਂਟ ਕਰਾਂਗੇ ਤਾਂ ਫਿਰ ਆਪਾਂ ਉਸ ਕਾਲਮ ਦੇ ਵਿੱਚ ਜਿਸ ਦੇ ਵਿੱਚ ਅਸਾਈਨਮੈਂਟ ਕੀਤੀ ਹੈ ਜੇ ਉਹਦੇ 'ਚ ਕੋਈ ਅਦਰ 0 ਹੈ ਤਾਂ ਉਹਨੂੰ ਆਪਾਂ ਕ੍ਰਾਸ ਕਰਾਂਗੇ। ਸੈਕਿੰਡ ਫਿਰ ਹੁਣ ਆਪਾਂ ਮੂਵ ਕਰਾਂਗੇ ਸੈਕਿੰਡ ਰੋ ਤੇ J2 ਉਹਦੇ ਵਿੱਚ ਆਪਣੇ ਕੋਲ ਫਰਦਰ ਇੱਕ 0 ਫਿਰ ਇੱਕ 0 ਹੈ 2 5 0 3 1 ਇਹ ਆਪਣੀਆਂ ਵੈਲਿਊਜ਼ ਨੇ ਤਾਂ M3 ਕਾਲਮ ਦੇ ਵਿੱਚ ਆਪਣੇ ਕੋਲ 0 ਹੈ ਤਾਂ ਆਪਾਂ ਉਹਨੂੰ ਅਸਾਈਨ ਕਰ ਦਾਂਗੇ ਐਂਡ M3 ਕਾਲਮ ਦੇ ਵਿੱਚ ਹੀ ਫਿਰ ਆਪਾਂ ਚੈੱਕ ਕਰਾਂਗੇ ਕਿ ਇਹਦੇ ਵਿੱਚ ਕੋਈ ਹੋਰ 0 ਹੈ ਜੇ ਹੈ ਯੈਸ J3 ਰੋ ਦੇ ਵਿੱਚ ਉਹ 0 ਹੈ ਤਾਂ ਆਪਾਂ ਉਹਨੂੰ ਕੀ ਕਰ ਦਾਂਗੇ ਕ੍ਰਾਸ। then ਆਪਾਂ ਐਗਜ਼ਾਮਿਨ ਕਰਾਂਗੇ J3 ਰੋ ਬਟ J3 ਰੋ ਦੇ ਵਿੱਚ ਆਪਣੇ ਕੋਲ ਕੋਈ ਵੀ 0 ਰਿਮੇਨਿੰਗ ਨਹੀਂ ਹੈ ਜਿੱਥੇ ਆਪਾਂ ਅਸਾਈਨਮੈਂਟ ਕਰ ਸਕੀਏ। then ਆਪਾਂ ਮੂਵ ਕਰਾਂਗੇ J4 ਦੇ ਵਿੱਚ J4 ਰੋ ਦੇ ਵਿੱਚ ਅਗੇਨ ਆਪਣੇ ਕੋਲ ਇੱਕ 0 ਰਿਮੇਨਿੰਗ ਹੈ ਜਿਸ ਦੇ ਉੱਤੇ ਆਪਾਂ ਅਸਾਈਨਮੈਂਟ ਕਰ ਸਕਦੇ ਹਾਂ ਤਾਂ ਆਪਾਂ ਉੱਥੇ ਅਸਾਈਨ ਕਰ ਦਾਂਗੇ ਤਾਂ ਉੱਥੇ ਇੱਕ ਸਕੁਆਇਰ ਬਣਾ ਦਾਂਗੇ 0 ਤੇ ਬਟ ਹੁਣ J4 ਰੋ ਦੇ ਵਿੱਚ ਜਿੱਥੇ ਆਪਾਂ ਅਸਾਈਨਮੈਂਟ ਕੀਤੀ ਹੈ M5 ਕਾਲਮ ਦੇ ਵਿੱਚ ਉਸ M5 ਕਾਲਮ ਦੇ ਵਿੱਚ ਹੋਰ ਕੋਈ 0 ਨਹੀਂ ਹੈ ਇਸ ਲਈ ਕਿਤੇ ਵੀ ਕੋਈ ਕ੍ਰਾਸ ਨਹੀਂ ਆਏਗਾ। then ਆਪਾਂ ਮੂਵ ਕਰਾਂਗੇ J5 ਰੋ ਦੇ ਉੱਪਰ J5 ਰੋ ਦੇ ਵਿੱਚ ਫਿਰ 2 zeros ਨੇ ਤਾਂ ਆਪਾਂ ਇਹਦੇ ਵਿੱਚ ਇਦਾਂ ਅਸਾਈਨਮੈਂਟ ਨਹੀਂ ਕਰ ਸਕਦੇ ਜਿੱਥੇ 2 zeros ਹੋਣ ਆਪਾਂ ਨੂੰ ਸਿੰਗਲ 0 ਰੋ ਫਾਈਂਡ ਕਰਨੀ ਸੀ ਔਰ ਉੱਥੇ ਹੀ ਅਸਾਈਨਮੈਂਟ ਕਰਨੀ ਸੀ ਤਾਂ ਇੱਥੇ ਆਪਣਾ 3.1 ਸਟੈਪ ਓਵਰ ਹੋ ਗਿਆ। ਹੁਣ ਆਪਾਂ ਮੂਵ ਕਰਾਂਗੇ ਫਰਦਰ 3.2 ਸਟੈਪ ਦੇ ਉੱਪਰ examine the columns successfully until a column with exactly 1 0 is found. Make an assignment to this single 0 by putting square around it and cross out all other zeros appearing in the corresponding row. Proceed in this manner until all columns have been examined. मीनस जेड़ा प्रोसैस आपां रो वाइज कीता सी सेम प्रोसैस हुण आपां कॉलम वाइज करांगे मीनस एक कॉलम फर्स्ट कॉलम तो स्टार्ट करांगे और आपां एग्जैक्टली 1 0 वाले कॉलम फाइंड करांगे और उत्थे आपां असाइनमेंट करांगे तां आपां 3.1 स्टैप ਦੇ ਵਿੱਚ ਇੱਥੇ ਤੱਕ ਕਰ ਲਿਆ ਸੀ। ਹੁਣ ਇਸ ਤੋਂ ਅੱਗੇ ਫਰਦਰ ਮੂਵ ਕਰਾਂਗੇ M1 ਕਾਲਮ ਨੂੰ ਸਭ ਤੋਂ ਪਹਿਲਾਂ ਐਗਜ਼ਾਮਿਨ ਕਰਾਂਗੇ। M1 ਕਾਲਮ ਦੇ ਵਿੱਚ ਇੱਕ 0 ਹੈ J5 ਰੋ ਦੇ ਵਿੱਚ ਆਪਾਂ ਇੱਥੇ ਸਭ ਤੋਂ ਪਹਿਲਾਂ ਅਸਾਈਨਮੈਂਟ ਕਰਾਂਗੇ ਸਕੁਆਇਰ ਬਣਾਵਾਂਗੇ ਔਰ ਜਦੋਂ ਆਪਾਂ ਇੱਥੇ ਸਕੁਆਇਰ ਬਣਾਵਾਂਗੇ ਤਾਂ ਹੁਣ ਰੋ ਵਾਈਜ਼ ਆਪਾਂ ਚੈੱਕ ਕਰਾਂਗੇ ਜੇ ਕੋਈ ਹੋਰ 0 ਹੈ ਤਾਂ ਉਹਨੂੰ ਆਪਾਂ ਕ੍ਰਾਸ ਕਰ ਦਾਂਗੇ। ਯੈਸ J5 ਰੋ ਦੇ ਵਿੱਚ ਇੱਕ 0 ਹੈ M4 ਕਾਲਮ ਦੇ ਵਿੱਚ ਤਾਂ ਉਹ ਆਪਾਂ ਕ੍ਰਾਸ ਕਰਾਂਗੇ। ਤੇ ਮੈਂ ਇੱਥੇ ਦੁਬਾਰਾ ਇੱਕ ਵਾਰ ਕਲੀਅਰ ਕਰਦਾ ਕਿ ਜਦੋਂ फर्स्ट स्टैप सी 3.1 ਦਾ रो वाइज एलोकेशन मीनस रो वाइज असाइनमेंट करांगे दैन कॉलम वाइज फर्स्ट रो ਨੂੰ ਅਸਾਈਨ ਕਰ ਦਾਂਗੇ ਜਦੋਂ ਆਪਾਂ ਫਰਸਟ रो ਨੂੰ ਐਗਜ਼ਾਮਿਨ ਕਰਾਂਗੇ ਤਾਂ ਜਦੋਂ ਜਿੱਥੇ ਵੀ 0 ਆਏਗੀ रो ਵਾਈਜ਼ ਅਸਾਈਨ ਕਰਦੇ ਹੋਏ ਤਾਂ ਉਸ 0 ਨੂੰ ਅਸਾਈਨ ਕਰਨ ਤੋਂ ਬਾਅਦ ਜਿਸ ਕਾਲਮ ਦੇ ਵਿੱਚ ਅਸਾਈਨਮੈਂਟ ਹੈ ਉਸ ਕਾਲਮ ਦੇ ਵਿੱਚ ਜਿੰਨੀਆਂ ਵੀ ਅਦਰ ਜ਼ੀਰੋਜ਼ ਨੇ ਉਹ ਸਾਰੀਆਂ ਆਪਾਂ ਕ੍ਰਾਸ ਕਰਨੀਆਂ ਹਨ ਇਹ ਯਾਦ ਰੱਖਿਓ। एंड देन इत्थे अपना स्टैप 3.2 पूरा हो गया ते हुण आपां फर्दर मूव करांगे स्टैप 4 ते। स्टैप 4 की है सॉरी स्टैप 3.3 पहला आपां करांगे। स्टैप 3 दे विच की है रिपीट स्टैप 3.1 एंड 3.2 until all zeros in rows and columns are either marked or crossed out। ਆਪਾਂ ਉਦੋਂ ਤੱਕ ਸਟੈਪ 3.1 ਐਂਡ 3.2 ਬਾਰ-ਬਾਰ ਰਿਪੀਟ ਕਰਦੇ ਰਵਾਂਗੇ ਜਦੋਂ ਤੱਕ ਜਿੰਨੀਆਂ ਵੀ ਜ਼ੀਰੋਜ਼ ਆਪਣੇ ਪੂਰੇ ਮੈਟ੍ਰਿਕਸ ਦੇ ਵਿੱਚ ਅਵੇਲੇਬਲ ਨੇ ਉਹ ਸਾਰੀਆਂ ਮਾਰਕਡ ਹੋ ਜਾਣ ਜਾਂ ਕੱਟ ਆਊਟ ਹੋ ਜਾਣ ਮਤਲਬ ਕ੍ਰਾਸਡ ਹੋ ਜਾਣ। ਇਫ the number of assignments made are equal to number of rows or columns then it is an optimum solution। मीनस ਜਿਹੜੀ ਜੇ ਤੁਹਾਡੀਆਂ ਅਸਾਈਨਮੈਂਟਸ ਜਿੰਨੀਆਂ ਤੁਸੀਂ ਕੀਤੀਆਂ ਨੇ ਮੀਨਸ ਜਿੰਨੇ ਤੁਸੀਂ ਸਕੁਆਇਰ ਮਾਰਕਡ ਕੀਤੇ ਆ ਜੇ ਉਹਨਾਂ ਦਾ ਨੰਬਰ ਇਕੁਅਲ ਹੋ ਜਵੇ ਤੁਹਾਡੀਆਂ ਰੋਜ਼ ਦੇ
ਜਾਂ ਕਾਲਮਸ ਦੇ। ਬੇਸਿਕਲੀ ਰੋਜ਼ ਔਰ ਕਾਲਮ ਇਹਦੇ ਵਿੱਚ ਬਰਾਬਰ ਹੁੰਦੇ ਨੇ, ਇਸ ਲਈ ਚਾਹੇ ਰੋ ਦੇ ਬਰਾਬਰ ਹੋ ਜਾਵੇ ਚਾਹੇ ਕਾਲਮ ਦੇ ਬਰਾਬਰ ਹੋ ਜਾਵੇ, then it means ਉਹ ਤੁਹਾਡਾ optimum solution ਹੈ। and there is exactly one assignment in each row and in each column। it means ਤੁਹਾਡੇ ਹਰ ਕਾਲਮ ਦੇ ਵਿੱਚ ਔਰ ਹਰ ਰੋ ਦੇ ਵਿੱਚ ਇੱਕ ਅਸਾਈਨਮੈਂਟ ਜ਼ਰੂਰ ਹੋਵੇਗੀ। there may be some row or columns without assignment। is such a case we proceed to step number 4। ਜੇ ਇਹ ਕੇਸ ਹੁੰਦਾ ਹੈ ਤਾਂ ਆਪਾਂ ਸਟੈਪ 4 ਤੇ ਮੂਵ ਕਰਾਂਗੇ। ਅਦਰਵਾਈਜ਼ ਜੇ ਤੁਹਾਡੇ ਹਰ ਰੋ ਔਰ ਹਰ ਕਾਲਮ ਦੇ ਵਿੱਚ ਇੱਕ ਅਸਾਈਨਮੈਂਟ ਆ ਜਾਂਦੀ ਹੈ ਤਾਂ ਤੁਹਾਡਾ ਆਪਟੀਮਮ ਸੋਲੂਸ਼ਨ ਤੁਹਾਨੂੰ ਫਾਈਂਡ ਹੋ ਜਾਊਗਾ, ਤਾਂ ਤੁਹਾਡਾ ਉੱਥੇ ਪ੍ਰੋਬਲਮ ਖਤਮ ਹੋ ਜਾਏਗੀ। ਦੈਨ ਆਪਾਂ ਦੇਖਦੇ ਹਾਂ ਆਪਣੇ ਕੁਐਸਚਨ ਦੀ ਸਿਚੁਏਸ਼ਨ ਕੀ ਹੈ। ਦੇਖੋ ਫਸਟ ਰੋ ਦੇ ਵਿੱਚ ਅਸਾਈਨਮੈਂਟ ਹੈ, ਸੈਕੰਡ ਰੋ ਦੇ ਵਿੱਚ ਵੀ ਅਸਾਈਨਮੈਂਟ ਹੈ, ਬਟ ਥਰਡ ਰੋ ਦੇ ਵਿੱਚ ਆਪਣੇ ਅਸਾਈਨਮੈਂਟ ਨਹੀਂ ਹੈ। ਫੋਰਥ ਰੋ ਦੇ ਵਿੱਚ ਅਸਾਈਨਮੈਂਟ ਹੈ, ਫਿਫਥ ਰੋ ਦੇ ਵਿੱਚ ਅਸਾਈਨਮੈਂਟ ਹੈ। means ਤੁਹਾਡੀਆਂ ਟੋਟਲ ਅਸਾਈਨਮੈਂਟ ਹਨ 1 2 3 and 4, ਬਟ ਆਪਣੇ ਕੋਲ ਟੋਟਲ ਰੋਜ਼ ਐਂਡ ਕਾਲਮਸ ਹਨ 5 ਰੋਜ਼ ਔਰ 5 ਕਾਲਮਸ। ਮੀਨਸ ਆਪਾਂ ਨੂੰ ਟੋਟਲ ਅਸਾਈਨਮੈਂਟ ਰਿਕੁਆਇਰਡ ਸੀ 5। ਇਟ ਮੀਨਸ ਆਪਾਂ ਸਟੈਪ 4 ਤੇ ਮੂਵ ਕਰਾਂਗੇ ਐਂਡ ਆਪਾਂ ਚੈੱਕ ਕਰਦੇ ਹਾਂ ਸਟੈਪ 4 ਕੀ ਹੈ। Step 4, draw the minimum number of horizontal and vertical lines necessary to cover all the zeros in the reduced matrix obtained from step number 3 in the following way। means ਆਪਾਂ ਕੁछ vertical और horizontal lines draw ਕਰਨੀਆਂ ਨੇ ਜਿਸ ਦੇ ਨਾਲ ਸਾਰੀਆਂ zeros cover ਹੋ ਜਾਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਆਪਾਂ ਸਟੈਪ ਨੰਬਰ 3 ਤੋਂ ਬਾਅਦ ਆਪਣੇ ਕੋਲ ਮੈਟ੍ਰਿਕਸ ਅਵੇਲੇਬਲ ਹੈ। ਇਹ ਡਰਾ ਕਿਸ ਤਰ੍ਹਾਂ ਕਰਾਂਗੇ ਲਾਈਨਸ, ਉਹਦੇ ਲਈ ਆਪਾਂ ਦੇਖਦੇ ਹਾਂ ਸਟੈਪ 4.1 ਮਾਰਕ ਟਿਕ all rows that do not have any assignment। ਮਤਲਬ ਆਪਾਂ ਉਹ ਰੋ ਮਾਰਕ ਕਰਾਂਗੇ ਜਿਸ ਦੇ ਵਿੱਚ ਕੋਈ ਅਸਾਈਨਮੈਂਟ ਨਹੀਂ ਹੈ। then 4.2 mark tick all columns that have zero in the marked row in step 4.1। ਜਿਸ ਰੋ ਨੂੰ ਆਪਾਂ ਸਟੈਪ 4.1 ਦੇ ਵਿੱਚ ਮਾਰਕ ਕੀਤਾ ਹੈ ਉਸ ਰੋ ਦੇ ਵਿੱਚ ਆਪਾਂ ਫਾਈਂਡ ਕਰਾਂਗੇ ਜਿੱਥੇ ਵੀ ਜ਼ੀਰੋ ਹੈ ਉਸ ਕਾਲਮ ਨੂੰ ਆਪਾਂ ਮਾਰਕ ਕਰਾਂਗੇ। ਓਕੇ ਦੈਨ ਹੁਣ ਤੁਹਾਡੇ ਕੋਲ ਇੱਕ ਰੋ ਮਾਰਕ ਹੋਗੀ ਸਟੈਪ 4.1 ਚ ਐਂਡ ਇੱਕ ਕਾਲਮ ਮਾਰਕ ਹੋ ਜਾਏਗਾ, ਮੇ ਬੀ ਇੱਕ ਔਰ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਤੇ ਕਾਲਮ ਮਾਰਕ ਹੋ ਜਾਏਗਾ, ਮਿਨੀਮਮ ਇੱਕ ਕਾਲਮ ਮਾਰਕ ਹੋ ਜਾਏਗਾ। ਦੈਨ 4.3 ਸਟੈਪ ਦੇ ਵਿੱਚ ਮਾਰਕ ਟਿਕ ਆਲ ਰੋਜ਼ not already marked that have assignment in marked column। 4.2 ਸਟੈਪ 4.2 ਦੇ ਵਿੱਚ ਜਿਹੜਾ ਵੀ ਕਾਲਮ ਤੁਸੀਂ ਮਾਰਕ ਕੀਤਾ ਸੀ ਉਸ ਕਾਲਮ 'ਚ ਆਪਾਂ ਫਾਈਂਡ ਕਰਾਂਗੇ ਜਿੱਥੇ ਤੁਹਾਡੇ ਕੋਲ ਅਸਾਈਨਮੈਂਟਸ ਨੇ ਉਹ ਵਾਲੀਆਂ ਰੋਜ਼ ਤੁਸੀਂ ਫਿਰ ਮਾਰਕ ਕਰੋਗੇ। ਮੀਨਸ ਪਹਿਲੇ ਸਟੈਪ ਦੇ ਵਿੱਚ ਤੁਸੀਂ ਰੋ ਮਾਰਕ ਕੀਤੀ ਸੀ ਜਿੱਥੇ ਕੋਈ ਅਸਾਈਨਮੈਂਟ ਨਹੀਂ ਔਰ ਉਸ ਰੋ ਦੇ ਵਿੱਚ ਫਾਈਂਡ ਕੀਤੀ ਜ਼ੀਰੋ ਵਾਲੇ ਕਾਲਮ ਦੇ ਵਿੱਚ ਤੁਸੀਂ ਕਾਲਮ ਨੂੰ ਮਾਰਕ ਕਰ ਲਿਆ ਐਂਡ ਉਸ ਕਾਲਮ ਮਾਰਕਡ ਕਾਲਮ ਦੇ ਵਿੱਚੋਂ ਤੁਸੀਂ ਫਾਈਂਡ ਕੀਤੀ ਅਸਾਈਨਮੈਂਟ ਵਾਲੀ ਰੋ ਮਾਰਕ ਕਰਨੀ ਹੈ। ਦੈਨ ਤੁਸੀਂ ਰਿਪੀਟ ਕਰੋਗੇ ਸਟੈਪ 4.1 to 4.3 until no more rows and columns can be marked। ਜਦੋਂ ਹੋਰ ਕੋਈ ਰੋ ਜਾਂ ਕਾਲਮ ਮਾਰਕ ਨਹੀਂ ਹੋਵੇਗਾ ਉਦੋਂ ਤੱਕ ਆਪਾਂ 4.1 ਤੋਂ 4.3 ਸਟੈਪ ਰਿਪੀਟਡਲੀ ਇਹਨਾਂ ਨੂੰ ਐਪਲੀਕੇਬਲ ਕਰਨਾ ਹੈ। ਦੈਨ draw straight lines through all unmarked rows। ਹੁਣ ਤੁਹਾਡੇ ਕੋਲ ਕੁਝ ਰੋਜ਼ ਅਨਮਾਰਕਡ ਹੋਣਗੀਆਂ, ਕੁਝ ਕਾਲਮਸ ਮਾਰਕਡ ਔਰ ਅਨਮਾਰਕਡ ਹੋਣਗੇ, ਤਾਂ ਤੁਸੀਂ ਅਨਮਾਰਕਡ ਰੋਜ਼ ਦੇ ਥਰੂ ਲਾਈਨ ਕੱਟ ਕਰਨੀ ਹੈ, ਲਾਈਨ ਡਰਾ ਕਰਨੀ ਹੈ ਐਂਡ ਮਾਰਕਡ ਕਾਲਮਸ ਦੇ ਥਰੂ ਲਾਈਨ ਡਰਾ ਕਰਨੀ ਹੈ। It may be pointed out here that you may also draw the minimum number of lines to cover all zeros by inspection। ਤੁਸੀਂ ਬਾय ਇਨਸਪੈਕਸ਼ਨ ਵੀ ਲਾਈਨਸ ਡਰਾ ਕਰ ਸਕਦੇ ਹੋ। ਜਿਹੜੇ ਸਟੈਪ ਮੈਂ ਤੁਹਾਨੂੰ ਸਮਝਾਏ ਨੇ 4.1 to 4.5, ਜੇ ਤੁਸੀਂ ਇਹ ਫੋਲੋ ਨਹੀਂ ਕਰਨਾ ਚਾਹੁੰਦੇ ਈਵਨ ਦੈਨ ਤੁਸੀਂ ਮਿਨੀਮਮ ਨੰਬਰ ਆਫ ਰੋਜ਼ ਬਾय ਇਨਸਪੈਕਸ਼ਨ ਡਰਾ ਕਰਕੇ ਸਾਰੀਆਂ ਜ਼ੀਰੋਜ਼ ਨੂੰ ਕੱਟ ਕਰ ਸਕਦੇ ਹੋ। ਬਟ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਮੇਬੀ ਤੁਸੀਂ ਕੋਈ ਇੱਕ
रो ज़्यादा ड्रॉ कर दो, लाइन ज़्यादा ड्रॉ कर दो ਜਾਂ ਘੱਟ, ਇਹ ਪੋਸੀਬਿਲਿਟੀ ਹੋ ਸਕਦੀ ਹੈ ਤਾਂ ਗਲਤੀ ਹੋਣ ਦੇ ਚਾਂਸਿਸ ਹੈ। ਤਾਂ ਤੁਹਾਨੂੰ ਟਰਾਈ ਕਰਨਾ ਚਾਹੀਦਾ ਹੈ ਕਿ ਇਹ ਸਟੈਪ ਤੁਸੀਂ ਫੋਲੋ ਕਰੋ। ਤਾਂ ਹੁਣ ਇਹ ਸਟੈਪਸ ਕਿੱਦਾਂ ਫੋਲੋ ਹੋਣਗੇ ਆਪਾਂ ਦੇਖਦੇ ਹਾਂ। ਐਂਡ ਫਸਟ ਸਟੈਪ ਇਜ਼ marked tick all rows that do not have any assignment। ਤਾਂ ਇਹ ਆਪਣੇ ਕੋਲ ਰਿਜ਼ਲਟ ਸੀ ਜਿਹੜਾ ਕਿ ਆਪਾਂ ਆਲਰੇਡੀ ਪਹਿਲਾਂ ਕਰ ਚੁੱਕੇ ਹੋਏ ਸੀਗੇ ਸਟੈਪ 3.2 ਤੋਂ ਬਾਅਦ ਆਪਣੇ ਕੋਲ ਇਹ ਰਿਜ਼ਲਟ ਆਏ ਸੀ। ਹੁਣ ਆਪਾਂ ਇਹਦੇ ਉੱਪਰ ਉਹ ਰੋ ਫਾਈਂਡ ਕਰਨੀ ਹੈ ਜਿੱਥੇ ਕੋਈ ਅਸਾਈਨਮੈਂਟ ਨਹੀਂ ਹੈ। ਤਾਂ ਆਪਣੇ ਕੋਲ ਉਹ ਰੋ ਅਵੇਲੇਬਲ ਹੈ J3। ਆਪਾਂ J3 ਨੂੰ ਟਿਕ ਕਰ ਲਾਂਗੇ, ਮਾਰਕ ਕਰ ਲਾਂਗੇ। ਹੁਣ ਆਪਾਂ J3 ਰੋ 4.2 ਸਟੈਪ ਆਪਾਂ ਕਰਨਾ ਹੈ। ਤਾਂ 4.2 ਸਟੈਪ ਕੀ ਹੈ? ਮਾਰਕ ਟਿਕ all columns that have 0 in marked rows or rows step 4.1। 4.1 ਦੇ ਵਿੱਚ ਆਪਾਂ J3 ਰੋ ਨੂੰ ਮਾਰਕ ਕੀਤਾ ਹੈ। ਉਹਦੇ ਵਿੱਚ ਜਿੱਥੇ ਵੀ 0 ਹੈ ਉਸ ਕਾਲਮ ਨੂੰ ਆਪਾਂ ਮਾਰਕ ਕਰਨਾ ਹੈ। J3 ਰੋ ਦੇ ਵਿੱਚ M3 ਕਾਲਮ ਦੇ ਵਿੱਚ ਆਪਣੇ ਕੋਲ 0 ਅਵੇਲੇਬਲ ਹੈ। ਤਾਂ ਆਪਾਂ M3 ਕਾਲਮ ਨੂੰ ਮਾਰਕ ਕਰਾਂਗੇ, ਰਾਈਟ। ਤਾਂ ਹੁਣ ਆਪਾਂ ਫਰਦਰ 4.3 ਤੇ ਮੂਵ ਕਰਾਂਗੇ। 4.3 ਸਟੈਪ ਹੈ ਮਾਰਕ ਆਲ ਰੋਜ਼ that have assignment in marked columns। ਜਿਹੜੇ ਕਾਲਮ ਨੂੰ ਆਪਾਂ ਹੁਣ ਮਾਰਕ ਕੀਤਾ ਸੀ ਯਾਨੀ ਕਿ M3 ਕਾਲਮ ਦੇ ਵਿੱਚ ਆਪਾਂ ਫਾਈਂਡ ਕਰਾਂਗੇ ਜਿੱਥੇ ਵੀ ਅਸਾਈਨਮੈਂਟ ਹੈ ਉਸ ਰੋ ਨੂੰ ਮਾਰਕ ਕਰਾਂਗੇ। M3 ਕਾਲਮ 'ਚ ਅਸਾਈਨਮੈਂਟ ਕਿੱਥੇ ਹੈ? J2 ਰੋ ਦੇ ਵਿੱਚ। ਤਾਂ ਇਹਦੇ ਨਾਲ ਆਪਾਂ J2 ਰੋ ਆਪਾਂ ਮਾਰਕ ਕਰਾਂਗੇ। ਤਾਂ ਇਸ ਤਰ੍ਹਾਂ ਇਹ ਆਪਣੇ 4.1 ਤੋਂ ਲੈ ਕੇ 4.3 ਤੱਕ ਸਾਰੇ ਸਟੈਪ ਹੋ ਗਏ ਨੇ। ਤੇ ਹੁਣ ਆਪਾਂ ਹੋਰ ਕਿਸੇ ਵੀ ਰੋ ਜਾਂ ਕਾਲਮ ਨੂੰ ਮਾਰਕ ਨਹੀਂ ਕਰ ਸਕਦੇ ਕਿਉਂਕਿ ਹੋਰ ਕਿਸੇ ਵੀ ਰੋ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਰੋ ਨਹੀਂ ਹੈ ਜਿਹਦੇ ਵਿੱਚ ਅਸਾਈਨਮੈਂਟ ਨਾ ਹੋਵੇ। ਇਟ ਮੀਨਸ ਆਪਾਂ ਹੁਣ ਮੂਵ ਕਰਾਂਗੇ ਨੈਕਸਟ ਸਟੈਪ ਤੇ। ਨੈਕਸਟ ਸਟੈਪ ਸੀ 4.4 ਜਿਹੜਾ ਕਿ ਆਪਾਂ ਨੂੰ ਸਟੈਪ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਦੈਨ ਆਪਾਂ ਮੂਵ ਕਰਾਂਗੇ 4.5 ਦੇ ਉੱਪਰ। Draw straight lines through all unmarked rows and marked column। ਮੀਨਸ ਆਪਾਂ ਅਨਮਾਰਕਡ ਰੋਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਈਨ ਦੇ ਥਰੂ ਉਹਨਾਂ ਦੇ ਉੱਪਰ ਇੱਕ ਲਾਈਨ ਡਰਾ ਕਰਾਂਗੇ ਔਰ ਜਿਹੜੀਆਂ ਮਾਰਕਡ ਕਾਲਮ ਨੇ ਦੈਨ ਆਪਾਂ ਰੋ ਵਾਈਜ਼ ਪਹਿਲਾਂ ਐਗਜ਼ਾਮਿਨ ਕਰਾਂਗੇ। J1 ਦੇ ਉੱਪਰ ਕੋਈ ਮਾਰਕ ਨਹੀਂ ਹੈ, ਆਪਾਂ J1 ਨੂੰ ਅਨਮਾਰਕਡ ਰੋ ਮਤਲਬ J1 J4 ਐਂਡ J5 ਦੇ ਉੱਪਰ ਆਪਾਂ ਇੱਕ ਲਾਈਨ ਡਰਾ ਕਰਾਂਗੇ। J1 J4 and J5 and marked column ਕਿਹੜਾ ਹੈ? M3। ਤਾਂ ਆਪਾਂ M3 ਦੇ ਉੱਪਰ ਵੀ ਇੱਕ ਲਾਈਨ ਡਰਾ ਕਰਾਂਗੇ। ਇੱਥੇ ਤੱਕ ਹੁਣ ਸੀਗੇ ਆਪਣੇ ਇਹ ਸਟੈਪ 4 ਮਤਲਬ ਆਪਾਂ ਸਟੈਪ 4 ਕੰਪਲੀਟ ਕਰ ਲਿਆ। ਦੈਨ ਆਪਾਂ ਫਰਦਰ ਮੂਵ ਕਰ ਰਹੇ ਹਾਂ ਸਟੈਪ 5 ਦੇ ਉੱਪਰ। and step 5 is if the number of lines drawn are equal to n that is equal to number of rows or columns then it is an optimum solution otherwise go to step 6। मतलब ਜੇ ਆਪਣੀਆਂ ਨੰਬਰ ਆਫ ਲਾਈਨਸ ਦੇ ਇਕੁਅਲ ਆਪਣੀ ਲਾਈਨਸ ਡਰਾ ਹੋ ਜਾਂਦੀਆਂ ਨੇ ਤਾਂ ਉਹ ਆਪਟੀਮਮ ਸੋਲੂਸ਼ਨ ਹੁੰਦਾ ਹੈ। ਬਟ ਆਪਣੀਆਂ ਲਾਈਨਸ ਜਿਹੜੀਆਂ ਨੇ ਉਹ ਰੋ ਔਰ ਕਾਲਮ ਤੋਂ ਘੱਟ ਨੇ। ਤਾਂ ਇਟ ਮੀਨਸ ਆਪਾਂ ਸਟੈਪ 6 ਤੇ ਮੂਵ ਕਰਾਂਗੇ। ਸਿਲੈਕਟ the smallest element among all the uncovered elements। मतलब ਲਾਈਨਸ ਡਰਾ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਅਨਕਵਰਡ ਐਲੀਮੈਂਟਸ ਨੇ ਉਹਨਾਂ ਦੇ ਵਿੱਚੋਂ ਸਭ ਤੋਂ smallest element find ਕਰਾਂਗੇ। subtract this smallest element from all the uncovered elements and add it to the element which lies at the intersection of two lines। Then we obtained another reduced matrix for fresh assignments। Means ਜਿਹੜੇ ਤੁਸੀਂ smallest element find ਕੀਤਾ ਹੈ uncovered elements ਦੇ ਵਿੱਚੋਂ ਉਸ ਨੂੰ ਆਪਾਂ all other uncovered elements ਦੇ ਵਿੱਚੋਂ ਮਾਈਨਸ ਕਰ ਦਾਂਗੇ। ਐਂਡ ਜਿੱਥੇ ਵੀ ਤੁਹਾਡੀਆਂ ਲਾਈਨਸ ਡਰਾ ਕੀਤੀਆਂ ਨੇ ਔਰ ਜਿਹੜੇ ਲਾਈਨਸ ਦੀਆਂ ਇੰਟਰਸੈਕਸ਼ਨਲ ਪੁਆਇੰਟਸ ਨੇ ਉਹ ਪੁਆਇੰਟਸ ਦੇ ਵਿੱਚ ਇਹ ਐਲੀਮੈਂਟ ਨੂੰ ਐਡ ਕਰਾਂਗੇ। ਓਕੇ
दैन आपां देखदे हां प्रैक्टिकली किदां करना है। यस अपने कोल जिहड़ा उपर टेबल गिवन है वो है जिहड़ा आपां लास्ट स्टैप 5 दे विच आपां टेबल बनाया सी 4 दे विच सॉरी एंड हुण आपां इहदे उपर लगाना है स्टैप 6 तां आपां फाइंड कीता है सब तो लीस्ट एलिमेंट किहड़ा है अनकवर्ड एलिमेंट्स दे विचों दैट इज 1 सिर्फ अनकवर्ड एलिमेंट्स आपां देखांगे वो किहड़े ने J2 दे विच 2 5 3 1 J3 रो दे विच 4 1 1 3 तां सब तो स्मॉलेस्ट एलिमेंट है 1 ये 3 प्लेसेस ते सीगा इसलिए मैं तीनों ही सिलेक्ट करके तुहानू शो कीते ने। हुण आपां फर्दर अपना स्टैप की है कि ये जिहड़ा 1 है इनू सारे अनकवर्ड एलिमेंट्स दे विचों माइनस करांगे। अनकवर्ड एलिमेंट किहड़े ने J2 रो दे विच 2 -1 equals to 1 5 -1 4 3 -1 2 1 -1 equals to 0 J3 रो दे विच 4 -1 3 1 -1 0 and 1 -1 0 and 3 -1 2 ये अपने कोल एलिमेंट्स आ गए J2 and J3 दे। एंड इंटरसेक्शनल पॉइंट मीन्स जिथे दो लाइन्स आपस च क्रॉस कर दियां ने वो केड़ी पोजीशन है एक तो है अपने कोल दिस वन J1 M3 ये इंटरसेक्शनल पॉइंट है सेकंड इज J4 एंड M3 पोजीशन अपने कोल एक है जिहड़ी कि इंटरसेक्शनल पॉइंट है एंड लास्ट इज J5 M3 दे उत्ते अपने कोल ये इंटरसेक्शनल पॉइंट है मींस 3 प्लेसेस ने अपने को इंटरसेक्शनल पॉइंट्स इन्हां प्लेसेस दे विच आपां ने की करना है जिहड़ा ये लोएस्ट एलिमेंट सीगा 1 ओनू आपां ऐड करांगे मींस 4 + 1 = 5 3 + 1 = 4 3 + 1 = 4 ये अपने इंटरसेक्शनल पॉइंट एंड अनकवर्ड वैल्यूज अपनी कैलकुलेट हो गई। दैन अपने को जिन्नियां भी बाकी दियां मींस कवर्ड एलिमेंट्स सीगे एक्सेप्ट इंटरसेक्शनल पॉइंट ਜਿਹੜੇ ਬਾਕੀ ਦੇ ਕਵਰਡ ਐਲੀਮੈਂਟ ਸੀ ਉਹ ਸਾਰੇ ਐਜ਼ ਇਟ ਇਜ਼ ਆਪਾਂ ਲਿਖ ਲਾਂਗੇ ਉਹ ਆਪਣੇ ਕੋ J1 J4 ਐਂਡ J5 ਰੋ ਦੇ ਵਿੱਚ ਜਿੰਨੀਆਂ ਵੀ ਵੈਲਿਊ ਸੀਗੀਆਂ ਉਹ ਆਪਾਂ ਐਜ਼ ਇਟ ਇਜ਼ ਲਿਖ ਲੀਆਂ ਜਿੰਨੀਆਂ ਵੀ ਸੀਗੀਆਂ ਤਾਂ ਉਹਦੇ ਨਾਲ ਆਪਣੇ ਕੋ ਨਿਊ ਟੇਬਲ ਜਿਹੜਾ ਬਣ ਗਿਆ ਫਰੈਸ਼ ਅਸਾਈਨਮੈਂਟਸ ਵਾਸਤੇ ਉਹ ਇਹ ਹੈ। ਹੁਣ ਆਪਾਂ ਫਿਰ ਇੱਕ ਵਾਰ ਜਿਹੜਾ ਰਿਡਿਊਸਡ ਟੇਬਲ ਹੈ ਉਹਦੇ ਉੱਪਰ ਫਰੈਸ਼ ਅਸਾਈਨਮੈਂਟਸ ਲਗਾਵਾਂਗੇ। ਉਹ ਕਿਸ ਤਰ੍ਹਾਂ ਲਗਾਵਾਂਗੇ ਸੇਮ ਪਹਿਲਾ ਸਟੈਪ रो वाइज सिलेक्ट करांगे फर्स्ट रो दे विच अपने को 0 है आपां उहनूं सिलेक्ट कीता हेयर एंड हुण जिहड़ा आपां असाइनमेंट कीती है इस कॉलम दे विच आपां देखांगे जिथे जिथे भी जीरोज ने उहनां नूं आपां क्रॉस कर दांगे। इस कॉलम दे विच अपने कोल 2 प्लेसेस ते उत्ते 0 है वो दोनों आपां क्रॉस कर दांगे। सैकेंडली हुण आपां J2 रो नूं एग्जामिन कीता J2 रो दे विच 2 जीरोज ने इसलिए आपां इहनूं इग्नोर कर दांगे। दैन आपां J3 रो नूं एग्जामिन कीता अगेन J3 रो दे विच अपने को 2 जीरोज ने इसलिए आपां इहनूं भी इग्नोर कर दांगे। नैक्सट आपां मूव करांगे J4 दे उपर J4 दे विच अपने कोल एक सिंगल जीरो अवेलेबल है इसलिए आपां उत्थे असाइनमेंट कर दांगे। जदों आपां J4 रो दे विच असाइनमेंट करांगे तां उस कॉलम दे विच आपां एग्जामिन कीता एक जीरो है उहनूं आपां क्रॉस कर दांगे। दैन आपां मूव करांगे J5 रो दे उपर J5 रो दे विच अपने कोल 2 जीरोज ने इसलिए आपां उहनां नूं असाइनमेंट हजे नहीं करांगे। दैन आपां हुण कॉलम वाइज एग्जामिनेशन स्टार्ट करांगे। कॉलम वाइज आपां M1 नूं एग्जामिन कीता उहदे विच 1 जीरो है उहनूं आपां असाइन कर दांगे एंड उस असाइनमेंट दे नाल उस रो दे विच जिहड़ा कॉलम रो दे विच जिहड़ी भी असाइनमेंट्स हैगियां ने तां ਉਹ ਆਪਾਂ क्रॉस कर दांगे उत्थे एक जीरो अवेलेबल सी ਉਹਨੂੰ ਆਪਾਂ क्रॉस करता। दैन M2 ਨੂੰ एग्जामिन करना है बट ਉਹਦੇ ਵਿੱਚ असाइनमेंट ऑलरेडी हो चुकी है। M3 ਦੇ ਵਿੱਚ ਜਦੋਂ ਆਪਾਂ एग्जामिन करांगे ਤਾਂ दैन ਉੱਥੇ ਆਪਣੇ ਕੋਲ 2 जीरोज ने ਤਾਂ इसलिए ਆਪਾਂ ਉਹਨਾਂ ਨੂੰ एग्जामिन नैक्सट मूव करांगे मतलब ਉੱਥੇ असाइनमेंट नहीं करांगे। M4 ਦੇ ਵਿੱਚ ਆਪਾਂ देखते हैं ਤਾਂ 1 जीरो अवेलेबल है ਉਹਨੂੰ ਆਪਾਂ असाइन कर दांगे और ਉਹਦੇ ਨਾਲ ਆਪਣੇ ਕੋਲ M3 ਦੀ ਜਿਹੜੀ ਉਸ रो ਦੇ ਵਿੱਚ 0 है ਉਹ क्रॉस हो जाएगी। ओके एंड इस तरह अपने कोल हुण पूरे टेबल दे विच सिर्फ इक्को ही जीरो बच रही है दैट इज J2 M3
J2 M3 ਉਹਨੂੰ ਆਪਾਂ ਅਸਾਈਨ ਕਰ ਦਾਂਗੇ। ਤਾਂ ਇਹਦੇ ਨਾਲ ਆਪਣੀਆਂ ਜਿਹੜੀ ਰਿਕੁਆਇਰਮੈਂਟ ਸੀ 5 ਅਸਾਈਨਮੈਂਟਸ ਦੀ ਉਹ ਪੂਰੀ ਹੋ ਗਈ ਹੈ। ਟੋਟਲ 5 ਅਸਾਈਨਮੈਂਟਸ ਆਪਾਂ ਨੂੰ ਚਾਹੀਦੀਆਂ ਸੀ ਜਿਹੜੀਆਂ ਕਿ ਆਪਣੀਆਂ ਪੂਰੀਆਂ ਹੋ ਗਈਆਂ ਨੇ। ਇਟ ਮੀਨਸ ਤੁਸੀਂ ਹੁਣ ਆਪਟੀਮਮ ਸੋਲੂਸ਼ਨ ਤੇ ਪਹੁੰਚ ਗਏ ਹੋ। ਤਾਂ ਆਪਟੀਮਮ ਸੋਲੂਸ਼ਨ ਜਿਹੜਾ ਆਪਣਾ ਹੈ ਦਾ ਆਪਟੀਮਮ ਸੋਲੂਸ਼ਨ ਇਜ਼ ਰੀਚਡ, ਉਹ ਕੀ ਹੈ, ਕਿਹੜੀ ਕਿਹੜੀ ਜੌਬ किस मशीन ਨੂੰ ਆਪਾਂ ਅਸਾਈਨ ਕਰਾਂਗੇ। J1 to machine 2 ਆਪਣੇ ਕੋਲ ਗਿਵਨ ਹੈ ਕਿ J1 ਮਸ਼ੀਨ ਹੈ ਔਰ M2 ਸੌਰੀ J1 ਜੌਬ ਹੈ ਐਂਡ M2 ਮਸ਼ੀਨ ਹੈ ਜਿੱਥੇ ਆਪਾਂ ਅਸਾਈਨਮੈਂਟ ਕੀਤੀ ਹੈ। J2 ਦੇ ਵਿੱਚ M3, J3 M4, J4 M5, J5 M1 ਇਹ ਆਪਣੀਆਂ ਅਸਾਈਨਮੈਂਟਸ ਨੇ ਜਿਹੜੀਆਂ ਕਿ ਆਪਾਂ ਮਸ਼ੀਨਸ ਦੇ ਵਿੱਚ ਮਤਲਬ ਇਹ ਜੌਬਸ ਇਸ ਮਸ਼ੀਨ ਦੇ ਉੱਪਰ ਅਸਾਈਨ ਕਰਾਂਗੇ। ਤਾਂ ਹੁਣ ਆਪਾਂ ਦੇਖਾਂਗੇ ਇਹਦੀ ਕਾਸਟ ਆਪਾਂ ਰਿਡਿਊਸਡ ਮੈਟ੍ਰਿਕਸ ਦੇ ਵਿੱਚੋਂ ਨਹੀਂ ਦੇਖਣੀ। ਜਿਹੜਾ ਫਸਟ ਆਪਣਾ ਮੈਟ੍ਰਿਕਸ ਸੀਗਾ ਆਪਾਂ ਜਿਹੜੀ ਕਾਸਟ ਹੈ ਉਹ ਉੱਥੋਂ ਪਿਕ ਕਰਾਂਗੇ। ਤਾਂ ਫਸਟ ਆਪਣਾ ਟੇਬਲ ਕਿਹੜਾ ਸੀਗਾ, that is ਜਿਹਦੇ ਵਿੱਚ ਆਪਣੀ ਸਾਰੀਆਂ ਵੈਲਿਊਜ਼ ਸੀਗੀਆਂ, that is 7 5 9 8 11 J1 ਰੋ ਦੀਆਂ, ਔਰ ਇਹਦੇ ਵਿੱਚੋਂ ਆਪਾਂ ਫਾਈਂਡ ਕਰਕੇ ਜਿਹੜੀਆਂ ਵੈਲਿਊਜ਼ ਨੇ ਉਹ ਫਾਈਂਡ ਆਪਾਂ ਇੱਥੇ ਕਰਕੇ ਕਿਹੜੀ ਵੈਲਿਊ ਜਿਹੜੀ ਆਪਣੀ ਅਕੋਰਡਿੰਗ ਟੂ ਟੇਬਲ ਆਈ J1 to M2 ਮੈਂ ਸਿਲੈਕਟ ਕੀਤੀ, J1 to M2 5 ਉਹ ਕਾਸਟ ਆਪਾਂ ਪਿਕ ਕਰ ਲਈ ਐਂਡ J2 M3 7, J3 M4 6, J4 M5 5, J5 to M1 4 means ਫਸਟ ਟੇਬਲ ਦੇ ਵਿੱਚੋਂ ਜਿਹੜੀ ਆਪਣੀਆਂ ਅਸਾਈਨਮੈਂਟਸ ਆਈਆਂ ਨੇ ਉਹਨਾਂ ਦੀ ਕਾਸਟ ਵੈਲਿਊ ਆਪਾਂ ਪਿਕ ਕਰ ਲਈ। ਦੈਨ ਤੁਹਾਡਾ ਮਿਨੀਮਮ ਟੋਟਲ ਕਾਸਟ ਜਿਹੜੀ ਕਾਸਟ ਨੂੰ ਟੋਟਲ ਕਰਕੇ ਆਈ that is 27। ਤਾਂ ਇਹ ਸੀ ਜੀ ਆਪਣਾ ਇੱਕ ਅਸਾਈਨਮੈਂਟ ਪ੍ਰੋਬਲਮ, ਮਿਨੀਮਾਈਜੇਸ਼ਨ ਦਾ ਜਿਹੜਾ ਅਸਾਈਨਮੈਂਟ ਪ੍ਰੋਬਲਮ ਨੂੰ ਸੋਲਵ ਕਰਨ ਦਾ ਇੱਕ ਮੈਥਡ, ਜਿਹਦੇ ਵਿੱਚ ਮੈਂ ਤੁਹਾਨੂੰ ਸਾਰੇ ਸਟੈਪ ਇਹਦੇ ਵਿੱਚ ਕਵਰ ਕਰਕੇ ਦਿਖਾਏ ਨੇ। ਬਟ ਇਹਦੇ ਵਿੱਚ ਫਰਦਰ ਇੱਕ ਸਟੈਪ ਹੋਰ ਹੋ ਸਕਦਾ ਹੈ ਮਿਨੀਮਾਈਜੇਸ਼ਨ ਪ੍ਰੋਬਲਮ ਦਾ, ਸਟੈਪ 7 ਉਹ ਕਦੋਂ ਜ਼ਰੂਰਤ ਪੈ ਸਕਦੀ ਹੈ। ਇੱਕ ਵਾਰ ਸਟੈਪ ਕੰਪਲੀਟ ਕਰਨ ਤੋਂ ਬਾਅਦ ਚ ਗੋ ਟੂ ਸਟੈਪ 3 ਐਂਡ ਰਿਪੀਟ ਦਾ ਪ੍ਰੋਸੀਜਰ until the number of assignments became equal to the number of rows or columns। ਜਦੋਂ ਤੱਕ ਤੁਹਾਡੀਆਂ ਅਸਾਈਨਮੈਂਟਸ ਦਾ ਨੰਬਰ ਰੋ ਜਾਂ ਕਾਲਮ ਦੇ ਇਕੁਅਲ ਨਹੀਂ ਹੁੰਦਾ ਉਦੋਂ ਤੱਕ ਆਪਾਂ ਸਟੈਪ 3 onwards ਜਿੰਨੇ ਵੀ ਸਟੈਪ ਨੇ ਉਹ ਬਾਰ-ਬਾਰ ਫੋਲੋ ਕਰਾਂਗੇ, ਬਾਰ-ਬਾਰ ਉਹਨਾਂ ਨੂੰ ਰਿਪੀਟਡਲੀ ਲਗਾਵਾਂਗੇ। ਦੈਨ ਤੁਹਾਡੇ ਕੋਲ ਅਸਾਈਨਮੈਂਟਸ ਚੇਂਜ ਹੁੰਦੀਆਂ ਰਹਿਣਗੀਆਂ। ਤਾਂ ਤੁਹਾਡਾ ਆਨਸਰ ਜਦੋਂ ਤੱਕ ਤੁਸੀਂ ਇਕੁਅਲ ਨੰਬਰ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਤੁਹਾਡਾ ਆਪਟੀਮਮ ਸੋਲੂਸ਼ਨ ਨਹੀਂ ਆਏਗਾ। ਇਨ ਸੱਚ ਅ ਕੇਸ we shall observe that every row and column has an assignment, then the correct solution is the optimal solution। ਸੋ ਜਦੋਂ ਤੁਸੀਂ ਸਾਰੇ ਹਰ ਇੱਕ ਰੋ ਔਰ ਕਾਲਮ ਵਿੱਚ ਤੁਹਾਡੀ ਕੋਈ ਅਸਾਈਨਮੈਂਟ ਹੋ ਜਾਏਗੀ ਇਟ ਮੀਨਸ ਉਦੋਂ ਤੁਹਾਨੂੰ ਇੱਕ ਆਪਟੀਮਮ ਸੋਲੂਸ਼ਨ ਮਿਲ ਜਾਏਗਾ। ਤਾਂ ਇੱਥੇ ਮੈਂ ਤੁਹਾਡੇ ਨਾਲ ਇੱਕ ਪ੍ਰੈਕਟੀਕਲ ਐਗਜ਼ਾਮਪਲ ਕੁਐਸਚਨ ਸ਼ੇਅਰ ਕਰ ਰਿਹਾ ਹਾਂ। ਇਹ ਤੁਸੀਂ ਕੁਐਸਚਨ ਪ੍ਰੈਕਟਿਸ ਕਰੋ ਐਂਡ ਇਹ ਮਿਨੀਮਾਈਜੇਸ਼ਨ ਦਾ ਕੁਐਸਚਨ ਹੈ, ਮੈਂ ਐਕਸਪਲੇਨ ਕਰ ਦਿੰਦਾ। The following is the cost matrix for assigning 4 professors and 4 key courses. The class preparation time in hours for different topics varies from professor to professor and is given in the table below. Each professor is assigned only one course so as to minimize the total preparation time for all courses। means ਹਰ ਇੱਕ ਪ੍ਰੋਫੈਸਰ ਨੂੰ ਇੱਕ ਕੋਰਸ ਹੀ ਐਲੋਕੇਟ ਕਰਨਾ ਹੈ। ਤਾਂ ਇਸ ਕੁਐਸਚਨ ਨੂੰ ਤੁਸੀਂ ਅਸਾਈਨਮੈਂਟ ਪ੍ਰੋਬਲਮ ਦੀ ਹੈਲਪ ਦੇ ਨਾਲ ਜਿਹੜੇ ਸਟੈਪਸ ਮੈਂ ਤੁਹਾਨੂੰ ਸਮਝਾਏ ਨੇ ਉਹਨਾਂ ਨਾਲ ਪ੍ਰੈਕਟਿਸ ਕਰੋ। ਨੈਕਸਟ ਵੀਡੀਓ ਦੇ ਵਿੱਚ ਮੈਂ ਇਹਦਾ ਆਨਸਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਆਈ ਹੋਪ ਕਿ ਤੁਹਾਨੂੰ ਇਹ ਸਾਰੇ ਜਿਹੜੇ ਸਟੈਪਸ ਨੇ ਇਹ ਸਮਝ ਆ ਗਏ ਹੋਣਗੇ। ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਫਰਦਰ ਟੌਪਿਕ ਐਂਡ ਕੁਝ ਪ੍ਰੈਕਟੀਕਲ ਕੁਐਸਚਨਸ ਟਰਾਈ ਕਰਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਸੋਲਵ ਕਰ ਸਕਦੇ ਹਾਂ। ਤਾਂ ਇਹ ਸੀਗਾ ਜੀ ਤੁਹਾਡਾ ਅਸਾਈਨਮੈਂਟ ਪ੍ਰੋਬਲਮ ਦਾ ਫਸਟ ਚੈਪਟਰ, ਫਸਟ ਵੀਡੀਓ ਐਂਡ ਨੈਕਸਟ ਵੀਡੀਓ ਲਈ ਤੁਸੀਂ ਵੇਟ ਕਰੋ। ਨੈਕਸਟ ਵੀਡੀਓ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗਾ। ਥੈਂਕ ਯੂ।